ਸਾਰੇ ਬਰਨਾਲਾ ਵਾਸੀਆਂ ਨੂੰ ਪਿਆਰ ਤੇ ਆਦਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਾਡੇ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਮੈਂ ਆਦਿਤਿਆ ਡੇਚਲਵਾਲ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਤੁਹਾਡੇ ਸਾਹਮਣੇ ਪੇਸ਼ ਹੋਏ। ਅਸੀਂ ਰੂਬਰੂ ਕਰਾਂਗੇ ਤੁਹਾਡੇ ਨਾਲ ਸਾਰੇ ਬਰਨਾਲਾ ਵਾਸੀਆਂ ਨਾਲ ਰੂਬਰੂ ਕਰਾਂਗੇ ਜਿਹੜੀ ਕੋਰੋਨਾ महामारी को लेके सरकार उपराले कर रही है ਉਹਦੇ ਬਾਰੇ में ਅਸੀਂ ਗੱਲਬਾਤ ਕਰਾਂਗੇ और ਜਿਹੜੀ थोड़ी कोई भी समस्या ਤੁਹਾਨੂੰ लगती है तो ਉਹ ਤੁਸੀਂ ਸਾਡੇ ਨਾਲ शेयर कर सकते हो। ਹੁਣ मैं डिप्टी कमिश्नर बरनाला तो बेनती करूँगा कि वो सानू एक बारी ਇਹਦੇ बारे में जानकारी दें। ਸਾਰੇ ਬਰਨਾਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਬੁੱਧਵਾਰ ਮਿਤੀ 22 ਜੁਲਾਈ ਦੀ ਰਿਪੋਰਟ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ 99 ਕਰੋਨਾ ਪੋਜ਼ਿਟਿਵ ਕੇਸ ਹੋਏ ਹਨ, ਜਿਨ੍ਹਾਂ ਵਿੱਚੋਂ 2 ਵਿਅਕਤੀਆਂ ਦੀ ਮੌਤ ਹੋਈ ਹੈ। 70 ਵਿਅਕਤੀ ਘਰਾਂ ਨੂੰ ਠੀਕ ਹੋ ਕੇ ਚਲੇ ਗਏ ਹਨ। ਇਸ ਵਕਤ ਬਰਨਾਲਾ ਜ਼ਿਲ੍ਹੇ ਵਿੱਚ 17 ਕਰੋਨਾ ਪੋਜ਼ਿਟਿਵ ਕੇਸ ਹਨ। ਅੱਜ 4 ਨਵੇਂ ਕੇਸ ਆਏ ਹਨ, ਜਿਨ੍ਹਾਂ ਵਿੱਚੋਂ 2 ਵਿਅਕਤੀ ਕੱਚਾ ਕਾਲਜ ਰੋਡ ਬਰਨਾਲਾ ਦੇ ਹਨ ਅਤੇ 2 ਵਿਅਕਤੀ ਓਟ ਸੈਂਟਰਾਂ ਵਿੱਚੋਂ ਆਏ ਹਨ। ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਗਏ ਹਨ। ਇਹ ਉਪਰਾਲੇ ਇਸ ਲਈ ਕੀਤੇ ਗਏ ਹਨ ਕਿ ਇਹ ਇਨਫੈਕਸ਼ਨ ਜੋ ਫੈਲ ਰਹੀ ਹੈ ਇਸ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਇਹ ਸਾਡੇ ਸਾਰਿਆਂ ਲਈ ਬਹੁਤ ਹੀ ਫਾਇਦੇਮੰਦ ਹੈ। ਇਹ ਤਾਂ ਹੀ ਫਾਇਦੇਮੰਦ ਹੋ ਸਕਦੀ ਹੈ ਕਿ ਜੇ ਅਸੀਂ ਸਾਰੇ ਇਸ ਵਿੱਚ ਆਪਣਾ ਯੋਗਦਾਨ ਪਾਵਾਂਗੇ। ਜਿਵੇਂ ਕਿ ਅਸੀਂ ਬਾਰ-ਬਾਰ ਆਪਣੇ ਹੱਥ ਧੋਂਦੇ ਰਹੀਏ, ਜਦੋਂ ਵੀ ਬਾਹਰ ਜਾਈਏ ਤਾਂ ਮਾਸਕ ਪਾ ਕੇ ਜਾਈਏ ਅਤੇ ਦੂਸਰੇ ਵਿਅਕਤੀ ਤੋਂ ਘੱਟੋ ਘੱਟ 6 ਫੁੱਟ ਦੀ ਦੂਰੀ ਰੱਖੀਏ। ਪੰਜਾਬ ਸਰਕਾਰ ਨੇ ਕੁਝ ਬਾਹਰੋਂ ਆਉਣ ਵਾਲੇ ਵਿਅਕਤੀਆਂ ਸੰਬੰਧੀ ਵੀ ਕੁਝ ਦਿਸ਼ਾ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਬਾਰੇ ADC ਸਾਹਿਬ ਤੁਹਾਨੂੰ ਜਾਣੂ ਕਰਾਉਣਗੇ। ਇਹਦੇ ਵਿੱਚ ਮੈਂ ਸਭ ਤੋਂ ਪਹਿਲੇ ਸ਼ੁਰੂਆਤ ਕਰਨਾ ਚਾਹੂँगा ਜਿਹੜੇ ਪਿਛਲੇ ਵੀਡੀਓ ਫੇਸਬੁੱਕ ਲਾਈਵ ਸੈਸ਼ਨ में ਜਿਹੜੇ ਸਾਡੇ ਸਵਾਲ ਪੁੱਛੇ ਸੀਗੇ। तो ਉਹਦੇ ਲਈ ਸਭ ਤੋਂ ਪਹਿਲਾ ਇੱਕ ਸਵਾਲ ਸੀਗਾ ਕਿ ਇਹ ਸਵਾਲ ਸਨੀ ਗੋਇਲ ਨੇ ਪੁੱਛਿਆ ਸੀਗਾ। ਉਹ ਪੁੱਛ ਰਿਹਾ ਕਿ ਆਈਲੈਂਡਸ ਇੰਸਟੀਚਿਊਟ ਕਦੋਂ ਸ਼ੁਰੂ ਕੀਤੇ ਜਾਣ ਦੀ ਆਗਿਆ ਹੈ। ਇਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੂँਗਾ ਕਿ ਜਿਹੜੇ ਵੀ ਆਈਲੈਂਡ ਇੰਸਟੀਚਿਊਟ ਹੈ, ਜਿਹੜੇ ਵੀ ਪ੍ਰਾਈਵੇਟ ਆਫਿਸਿਸ ਹੈ, ਉਹ ਖੋਲ੍ਹਣ ਦੀ ਸਰਕਾਰ ਨੇ ਇਜਾਜ਼ਤ ਦੇ ਦੀ ਹੈ। ਲੇਕਿਨ ਇਹ ਗੱਲ ਧਿਆਨ ਰੱਖਣੀ ਹੈ, ਕਲਾਸਿਸ ਲਾਉਣ ਦੀ ਸਟੂਡੈਂਟ को अपने ਕਲਾਸਿਸ ਬੁਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਜਿਹੜੇ ਆਫਿਸਿਸ ਆਪਦਾ ਪ੍ਰਾਈਵੇਟ ਕੰਮ ਕਰ ਰਹੇ ਉਹ ਖੋਲ੍ਹ ਸਕਦੇ ਹੈ, ਉੱਥੇ ਉਹ ਆਪਦਾ ਕੰਮ ਕਰ ਸਕਦੇ ਹੈ। तो ये ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਣਾ चाहिए कि ਤੁਸੀਂ ਆਫਿਸ ਚਲਾ ਸਕਦੇ ਹੋ। ਇਸ ਤੋਂ ਇਲਾਵਾ ਇੱਕ ਪ੍ਰਮੋਦ ਸਿੰਗਲਾ ਜੀ ਨੇ ਸਵਾਲ ਪੁੱਛਿਆ ਸੀਗਾ ਕਿ ਜਿਹੜਾ ਹਫਤਾਵਾਰੀ ਲੋਕਡਾਊਨ ਹੁੰਦਾ ਹੈ, ਇਹਦੇ ਲਈ ਸ਼ਨੀਵਾਰ ਔਰ ਸੰਡੇ ਦੇ ਕੀ ਗਾਈਡਲਾਈਨਸ ਹੈ। ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂँगा कि ਜਿਹੜੇ सोमवार तो शनिवार तक का टाइम सवेरे 7 बजे से लेकर शामी 9 बजे तक है। और जी लिक्विड शॉप है उन्होंने सुबह 7 बजे से शामी 8 बजे तक का टाइम है बाकी शॉप्स का। और जो लिक्विड शॉप्स है उन्होंने टाइम 8 तो 9 है। ये तुसी क्लीयर कर लो। जी असेंशियल कमोडिटीज़ है उन्होंने सारी शॉप्स का टाइम हैगा 7 बजे से 8 बजे तक और लिक्विड शॉप का टाइम हैगा 8 बजे से 9 बजे तक। शनिवार तो ये भावे कि साडा कर्फ्यू होंदा है, लेकिन फिर भी असी असेंशियल शॉप्स खोलने का आदेश दिता है। असेंशियल शॉप जिमें कि किराना शॉप हो गई, दुध की, डेयरी की, दवाइयाँ की, ये सारी शॉप्स संडे नू भी खुलणगी। ਇਹਦਾ टाइम वही होगा सुबह 7 तो 8 बजे तक का टाइम होगा। इस तो अलावा एक और सवाल पूछा सीगा दीप सिंधु ने, ये पूछा सीगा कि रेस्टोरेंट खोलने का समा हफ्ते के सारे दिन रात को 9 बजे तक है, फिर ये रेहड़ियाँ का की टाइमिंग है। ਇਹਦੇ ਵਿੱਚ ਸਰਕਾਰ ਨੇ ਜਿਵੇਂ ਸਾਨੂੰ ਇੰਸਟਰਕਸ਼ਨ ਦਿੱਤੇ ਸੀਗੇ ਕਿ ਇਹ ਆਪਦੇ ਜ਼ਿਲ੍ਹੇ ਲੈਵਲ 'ਤੇ ਅਸੀਂ ਫੈਸਲਾ ਕਰ ਸਕਦੇ ਹਾਂ। तो ਇਹਦੇ ਲਈ ਅਸੀਂ ਫੈਸਲਾ ਕੀਤਾ ਸੀਗਾ ਜਿਹੜਾ ਰੈਸਟੋਰੈਂਟਸ ਦਾ ਟਾਈਮ ਹੈ ਉਹੀ ਰੇਹੜੀਆਂ ਦਾ ਟਾਈਮਿੰਗ ਹੋਗਾ, ਉਸ ਤੋਂ ਅੱਗੇ ਕੋਈ ਟਾਈਮਿੰਗ ਨਹੀਂ ਹੈ। बस वो आपके लेवल पे कर सकते हैं। लेकिन जिन्नी भी रेहड़ियाँ है उन्होंने कोरोना वायरस के जोड़े इंस्ट्रक्शन है जिमें कि हैंड सैनिटाइजेशन का ध्यान रखना है, मुंह पे मास्क लगाने का ध्यान रखना है और कोशिश करनी है कि कोई रेहड़ी पे खड़ के ना खाए। वो आपदा आए, आपदा पैक कराए और आपदा सामान गड्डी में लेके आपके घर चले जाए। क्योंकि ये थोनू समझना पड़ेगा कि थोड़ी रेहड़ी पे जिमें लोग खड़ते हैं तो वो कोरोना वायरस फैलन का खतरा रहता है।
तो ਇਹਦੇ ਲਈ ਤੁਹਾਨੂੰ ਵੀ ਸਮਝਣਾ ਪਊਗਾ ਕਿ ਜੇ ਹਾਈਜੀਨ ਹੁੰਦੀ ਹੈ ਉਹ ਹਾਈਜੀਨ ਤੁਹਾਨੂੰ ਮੇਨਟੇਨ ਕਰਨੀ ਪਊਗੀ। तो ਇਹਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਤੁਹਾਡੀ ਰੇਹੜੀ 'ਤੇ ਕੋਈ ਨਾ ਖੜਾ ਹੋਏ ਔਰ ਜਿਹੜੇ ਲੋਕ ਆ ਰਹੇ ਉਹਨੂੰ ਤੁਸੀਂ ਖਾਣਾ ਪੈਕ ਕਰਕੇ ਦੇ ਦੋਗੇ ਔਰ ਤੁਸੀਂ ਉਹਨਾਂ ਨੂੰ ਬੇਨਤੀ ਕਰੋ ਕਿ ਸਭ ਆਪਦੇ ਆਪਦੇ ਘਰ ਜਾ ਕੇ ਖਾਏ, ਉੱਥੇ ਭੀੜ ਨਾ ਲਾਏ। ਇਸ ਤੋਂ ਇਲਾਵਾ ਇੱਕ ਸੁਜੈਸ਼ਨ ਪ੍ਰਭਾਕਰ ਸ਼ਰਮਾ ਜੀ ਨੇ ਦਿੱਤਾ ਸੀਗਾ। ਉਹ ਕਹਿੰਦੇ ਕਿ ਜਿਨ੍ਹਾਂ ਨੇ ਇਹ ਕੋਰੋਨਾ ਮਹਾਮਾਰੀ ਦੌਰਾਨ ਬਲੱਡ ਬੈਂਕ ਲਈ ਖੂਨਦਾਨ ਦੇ ਕੈਂਪ ਲਾਏ ਉਹਨਾਂ ਦਾ ਸਨਮਾਨ ਕੀਤਾ ਜਾਵੇ। ਇਹ ਅਸੀਂ ਪੂਰੀ ਲਿਸਟ ਬਣਾਈ ਹੋਈ ਹੈ। ਹੁਣ ਅਸੀਂ ਉਹਨਾਂ ਨੂੰ 26 जनवरी को भी उन्होंने उसी सम्मान देंगे, जिले लेवल पे सम्मान देंगे। तो ਇਹਦਾ ਵੀ ਅਸੀਂ ਫੈਸਲਾ ਲਿੱਤਾ। ਇਸ ਤੋਂ ਇਲਾਵਾ ਇੱਕ ਔਰ ਸੁਰਿੰਦਰ ਸਿੰਗਲਾ ਜੀ ਨੇ ਸਵਾਲ ਪੁੱਛਿਆ ਹੈ ਕਿ ਇਹ ਇਹਨਾਂ ਦਾ ਮੋਰ ਆਫ ਸਜੈਸ਼ਨ ਹੈ। ਸਵਾਲ ਤੋਂ ਇਲਾਵਾ ਇਹ ਕਹਿੰਦੇ ਜਿਵੇਂ ਸਰਕਾਰ ਸਾਰੀ ਚੀਜ਼ 'ਤੇ ਰੋਕ ਲਾ ਰਹੀ ਹੈ, ਇਸ ਤਰ੍ਹਾਂ ਤੰਬਾਕੂ 'ਤੇ ਵੀ ਰੋਕ ਲਾਈ ਜਾਏ। ਇਸ ਤੋਂ ਵੀ ਜਾਨ ਮਾਲ ਦਾ ਖਤਰਾ ਰਹਿੰਦਾ ਹੈ। ਇਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹਦੇ ਲਈ ਸਰਕਾਰ ਦੇ ਵੀ ਇੰਸਟਰਕਸ਼ਨ ਹੈ ਕਿ ਇਹ ਜਿਹੜਾ ਕੋਰੋਨਾ ਵਾਇਰਸ ਚੱਲ ਰਿਹਾ ਇਹਦੇ ਲਈ ਅਸੀਂ ਵੀ ਆਰਡਰ ਕੀਤੇ ਹੋਏ 144 ਦੇ ਕਿ ਕੋਈ ਵੀ ਇਹ ਤੰਬਾਕੂ ਦਾ ਸੇਵਨ, ਇਹ ਸਾਰਾ ਸੇਲ ਪਰਚੇਸ ਸਾਰੀ ਬੰਦ ਹੈ ਜਦ ਤੱਕ ਇਹ ਸਰਕਾਰ ਦੇ ਇੰਸਟਰਕਸ਼ਨ ਹੈ। तो ये तुसी ध्यान रखना है कि ये आपनू भी सोचना है कि तंबाकू से आपकी सेहत का नुकसान होता है और सरकार ने बोला है कि ये बंद है तो ये बंद ही है अभी तक। इन्हों का सजेशन असी मनते हुए इनू भी अगे प्रचार कर देंगे ये लिए। इस तो अलावा एक और कीमती सुझाव एक कीमती सुझाव आया ये है, इन्होंने अपना नाम नहीं लिखा है लेकिन ये कह रहे हैं कि जिमें अपने रिलीजियस इंस्टीट्यूशन होंगे या कोई भी मीडिया नू वो करता है, मीडिया ਨੂੰ ਆਪਦੀ ਸਟੇਟਮੈਂਟ ਦਿੰਦਾ ਹੈ तो वो मास्क ला के रहे। ये तुसी आप देख सकते हो असी फेसबुक लाइव सेशन में भी बंद कमरे में मास्क ला के रखा है। तो ये थोनू आप ही क्लियर हो जाना चाहिए कि ये मास्क लाना कितना कीमती है और ये तुसी आप ही ला के रखो। बाकी जेडे तुसी सजेशन देते हैं वो असी अगे भी फॉरवर्ड करेंगे और ਹੁਣ ਅਸੀਂ ਵੇਟ ਕਰ ਰਹੇ ਹਾਂ ਜਿਹੜੇ ਵੀ ਤੁਹਾਡੇ ਕੁਐਸਚਨ ਔਨ ਲਾਈਵ ਆ ਰਹੇ हैं ਉਹ ਵੇਟ ਕਰ ਰਹੇ हैं ਕਿ ਸਾਨੂੰ ਲਾ ਕੇ ਦੇਣਗੇ ਤੁਹਾਡੇ ਜਿਹੜੇ ਕੁਐਸਚਨ ਹੈ ਉਹਦਾ ਹੁਣੇ ਹੀ ਤੁਹਾਡਾ ਜਵਾਬ ਦੇ ਸਕੇ ਅਸੀਂ। मीनवाइल मैं ਤੁਹਾਨੂੰ कुछ चीज़ क्लीयर करना चाहूँगा ਜਿਹਦੇ ਵਿੱਚ बहुत सारे ਲੋਕਾਂ ਦੇ डाउट ਸੀਗੇ कि ਉਹ किस चीज़ में ਕਿਵੇਂ प्रोसीड करना है। सब तो ਪਹਿਲਾ ਲੋਕਾਂ ਦਾ ਡਾਊਟ ਸੀਗਾ ਕਿ ਜਿਹੜੇ ਲੋਕ ਬਾਹਰਲੇ ਸਟੇਟ ਤੋਂ ਆਉਂਦੇ ਉਹਨਾਂ ਨੂੰ ਕੀ ਕਰਨਾ ਹੈ। ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂँਗਾ ਕਿ ਜਿਵੇਂ ਸਰਕਾਰ ਦੀ ਇੱਕ ਕੋਵਾ ਐਪ ਹੈਗੀ, ਉਹਦੇ ਵਿੱਚ ਇੱਕ ਸੈਲਫ ਜਨਰੇਸ਼ਨ ਆਫ ਈ ਪਾਸ ਦਾ ਆਪਸ਼ਨ ਹੈਗਾ। ਜਦੋਂ ਤੁਸੀਂ ਉਹ ਵੇਖੋਗੇ ਤਾਂ ਜਦੋਂ ਵੀ ਕੋਈ ਦੂਜੇ ਸਟੇਟ ਤੋਂ ਆਂਦਾ ਹੈ ਤਾਂ ਉਹ ਸੈਲਫ ਜਨਰੇਟਡ ਈ ਪਾਸ ਲਾ ਲੇ। ਉਸ ਤੋਂ ਹੁੰਦਾ ਕੀ ਹੈ, ਜਦੋਂ ਤੁਸੀਂ ਪਾਸ ਜਨਰੇਟ ਕਰਦੇ ਹੋ ਤਾਂ ਸਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਇਸ ਸਟੇਟ ਤੋਂ ਸਾਡੇ ਕੋਲੇ ਬੰਦਾ ਆ ਰਿਹਾ ਹੈ। तो ਜਦੋਂ ਵੀ ਉਹ ਇਨਫੋਰਮੇਸ਼ਨ ਆਉਗੀ ਤੁਸੀਂ ਆ ਜਾਓ, ਆਪਦੇ ਘਰੇ ਚਲੇ ਜਾਓ, ਸਾਨੂੰ ਇਨਫੋਰਮੇਸ਼ਨ ਆ ਜਾਏਗੀ। ਅਸੀਂ ਆਪਦੇ BLO ਨੂੰ ਭੇਜ ਕੇ ਜਿਹੜੀ ਅਸੀਂ ਸੈਕਟਰ ਅਫਸਰ ਲਾਏ ਉਹ ਤੁਹਾਡੀ ਇਨਫੋਰਮੇਸ਼ਨ ਲੈ ਲੈਂਗੇ। ਉਸ ਤੋਂ ਬਾਅਦ ਇੱਕ RRT ਟੀਮ ਆਊਗੀ ਤੁਹਾਡੇ ਕੋਲੇ, ਉਹ ਤੁਹਾਡਾ ਮੈਡੀਕਲ ਚੈੱਕਅਪ ਕਰੇਗੀ। उसके बाद ये तुसी ध्यान रखना ਜਦੋਂ ਵੀ ਤੁਸੀਂ ਦੂਸਰੇ ਸਟੇਟ ਤੋਂ ਪਰਤ ਕੇ ਆਉਂਦੇ ਹੋ ਤੁਹਾਨੂੰ 14 ਦਿਨ ਦੇ ਲਈ ਕੁਆਰੰਟਾਈਨ ਹੁੰਦਾ ਪੈਣਾ ਹੈ। ਅਸੀਂ ਕੋਈ ਟੈਸਟ ਨਹੀਂ ਲੈਂਦੇ ਉਹਨਾਂ ਦਾ। ਜੇਕਰ ਤੁਹਾਡੇ ਸਿੰਪਟਮ ਸਾਨੂੰ ਲੱਗਦੇ ਤਾਂ ਹੀ ਅਸੀਂ ਤੁਹਾਨੂੰ ਕੁਆਰੰਟਾਈਨ ਕਰਾਂਗੇ। ਉਹਦੇ ਵਿੱਚ ਵੀ ਇੱਕ ਚੀਜ਼ ਔਰ ਧਿਆਨ ਰੱਖ ਲਓ ਤੁਸੀਂ, ਆਈਸੋਲੇਸ਼ਨ ਸੈਂਟਰ में उस वेले शिफ्ट करेंगे ਜਦੋਂ ਸਾਨੂੰ लगता है ਤੁਹਾਡੇ ਸਿੰਪਟਮਸ ਜਾਂ ਤੁਹਾਨੂੰ ਕੋਈ ਕੋਮੋਰबिडिटी ਹੈਗੀ। ਜੇਕਰ ਤੁਹਾਡੇ ਮਾਈਲਡ ਸਿੰਪਟਮਸ ਹੈ ਜਾਂ ਸਿੰਪਟਮਸ ਨਹੀਂ ਹੈ ਤੁਹਾਨੂੰ ਹੋਮ ਆਈਸੋਲੇਸ਼ਨ ਕरेंगे। ਉਹੀ ਸਰਕਾਰ ਦੀ ਵੀ ਗਾਈਡਲਾਈਨਸ ਹੈ ਔਰ ਉਹੀ ਅਸੀਂ ਫੋਲੋ ਕਰਨੇ ਲੱਗੇ। एक ਜਿਹੜਾ ਹੁਣ ਸਵਾਲ ਆਇਆ ਹੈ दीक्षित गोयल ਦਾ ਸਵਾਲ ਆਇਆ ਹੈ, ਇਹ ਪੁੱਛ ਰਹੇ ਪਲੀਜ਼ ਐਜੂਕੇਸ਼ਨ ਇੰਸਟੀਟਿਊਟਸ ਦਾ ਵੀ ਕੁਝ ਕਰੋ। ਇਹ ਸਾਨੂੰ ਪਤਾ ਹੈ ਇਹ ਜੇ ਐਜੂਕੇਸ਼ਨਲ ਇੰਸਟੀਟਿਊਸ਼ਨ ਦੀ ਹਾਲਤ ਬਹੁਤ ਮਾੜੀ ਹੈ, ਬਹੁਤ ਪਤਲੀ ਹਾਲਤ ਹੋ ਰੱਖੀ ਹੈ। लेकिन ਤੁਸੀਂ एक गल समझो, जेकर बच्चे आ गए उधर कट हो गया और गलती से किसी को हो गया तो ਉਹਦੀ ਜ਼ਿੰਮੇਵਾਰੀ ਸਾਡੀ ਬਣੇਗੀ, ਉਹਦੀ ਜ਼ਿੰਮੇਵਾਰੀ ਤੁਹਾਡੀ ਬਣੇਗੀ। तो ਇਹਦੇ ਲਈ ਤੁਸੀਂ ਸੋਚੋ ਸਮਝੋ, ਜਦੋਂ ਥੋੜਾ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਵੀ ਚੱਲ ਰਿਹਾ ਹੈ, ਜਦੋਂ ਥੋੜਾ ਇਹ ਮਾਹੌਲ ਥੋੜਾ ਕੱਟ ਜੂਗਾ, ਜਿਹੜਾ ਖਤਰਾ ਹੈ ਥੋੜਾ ਟੱਪ ਜੂਗਾ, ਉਸ ਤੋਂ ਬਾਅਦ ਅਸੀਂ ਸਾਰੇ ਐਜੂਕੇਸ਼ਨ ਇੰਸਟੀਟਿਊਟ ਖੋਲ ਦੇंगे। ਤੁਸੀਂ ਆਪੇ ਦੇਖੋ ਜਦੋਂ CBSE बोर्ड ICSE बोर्ड ने इन्होंने ਵੱਧ चढ़ के आगे आके बिना एग्ज़ाम के रिजल्ट डिक्लेयर करते। तो ये तुसी सोच के देखो वो लाखों बच्चे बैठते, वो खतरा भापते हुए उन्होंने इस तरह का ਜਿਹੜਾ फैसला लिया है रिजल्ट डिक्लेयर करने का। तो इस करके ही ਅਸੀਂ ਜਿਹੜਾ एजुकेशन इंस्टीट्यूट का है ये ਅਸੀਂ देखेंगे ਜਦੋਂ थोड़ा खतरा कट जूगा उसके बाद ਅਸੀਂ कोई फैसला लेंगे सरकार ਵੱਲੋਂ। इस तो अलावा एक और क्लैरिटी मैं देना चाहता हूँ ਜਿਹੜੇ NRIs वाले ਜਿਹੜੇ ਦੂਜੇ ਕੰਟਰੀ ਤੋਂ ਵਾਪਸ ਪਰਤ ਕੇ ਆ ਰਹੇ ਉਹਦੇ ਲਈ ਅੰਮ੍ਰਿਤਸਰ ਜਾਂ ਮੋਹਾਲੀ 에ਅਰਪੋਰਟ ਉਹ ਆਉਂਦੇ ਹੈ,
ਉਹ ਆਪ ਇਸ ਤੋਂ ਪਹਿਲੇ ਅਸੀਂ ਕੀ ਕਰ ਰਹੇ ਸੀਗੇ ਕਿ ਅਸੀਂ ਲੈਣੇ ਭੇਜਦੇ ਸੀਗੇ, ਲੇਕਿਨ ਅਸੀਂ ਉਹ ਆਪਦੇ ਲੈਵਲ 'ਤੇ ਇੱਥੇ ਆ ਸਕਦੇ हैं। ਉਹਦੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ, ਉਹਨੂੰ ਅਸੀਂ ਕੁਆਰੰਟੀਨ ਸੈਂਟਰ में ਰੱਖਦੇ ਹਾਂ, 5 ਦਿਨ ਰੱਖਦੇ ਹਾਂ। ਜੇਕਰ ਉਹਨਾਂ ਦੇ ਕੋਈ ਸਿੰਪਟਮਸ ਨਹੀਂ ਹੁੰਦੇ ਜਾਂ ਹੁੰਦੇ ਤਾਂ 5 ਦਿਨਾਂ ਬਾਅਦ ਉਹਨਾਂ ਦਾ ਟੈਸਟ ਹੁੰਦਾ ਹੈ। ਜੇਕਰ ਟੈਸਟ ਨੈਗੇਟਿਵ ਆਉਂਦਾ ਹੈ तो उन्होंने असी फिर घर भेज देते हैं 7 दिन के लिए, फिर होम क्वारंटीन करते हैं। तो NRI के लिए यही इंस्ट्रक्शन है। तो जेकर भी ये सारी थोड़े सारिया तो बेनती भी है कि जो कोई दूजे स्टेट तो या NRI साड़ी इन्फॉर्मेशन बिना आता है तो वो तुसी सानू इन्फॉर्म करो, तो वो थोड़े मोहल्ले के लिए, थोड़े एरिए के लिए ਉਹਦੇ ਲਈ ਵੀ ਸੇਫਟੀ ਹੈਗੀ ਔਰ ਸਾਡੇ ਲਈ ਵੀ ਸੇਫਟੀ ਹੈਗੀ, ਔਰ ਉਹਨਾਂ ਦਾ ਅਸੀਂ ਸੇਫਟੀ ਰੱਖ ਰਹੇ। ਕੋਈ ਕਿਸੇ ਸੇ ਜ਼ਬਰਦਸਤੀ ਨਹੀਂ ਕਰਤੇ, ਉਹਨਾਂ ਤੋਂ ਬਹੁਤ ਬੜੀਆ ਇੱਥੇ ਕੁਆਰੰਟੀਨ ਸੈਂਟਰ में ਰੱਖਿਆ ਜਾਂਦਾ ਹੈ, ਵਧੀਆ ਖਾਣ ਪੀਣ ਦੀ ਫੈਸਿਲਿਟੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਸਵਾਲ ਜੇਕਰ ਹੈ ਕੋਈ? ਨਹੀਂ, ਇਹ ਤੁਹਾਡੇ ਸਵਾਲ ਸੀਗੇ। ਅਸੀਂ ਫਿਰ ਫੇਸਬੁੱਕ ਲਾਈਵ 'ਤੇ ਤੁਹਾਡੇ ਤੋਂ ਫਿਰ रूबरू ਹੋਣਗੇ। ਤੁਹਾਡੇ और ਸਵਾਲ ਹੈ, ਤੁਸੀਂ ਇਹ ਫੇਸਬੁੱਕ ਲਾਈਵ ਸੈਸ਼ਨ के कमेंट्स में जाके ਸਾਨੂੰ ਸਵਾਲ ਪੁੱਛ ਸਕਦੇ ਹੋ। ਉਹਦਾ ਜਵਾਬ ਅਸੀਂ ਨੈਕਸਟ ਲਾਈਵ ਸੈਸ਼ਨ में ਦੇਣਗੇ। ਹੁਣ ਮੈਂ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਬੇਨਤੀ ਕਰੂੰਗਾ ਕਿ ਉਹ ਸਾਨੂੰ ਰਿਮਾਰਕਸ, ਫਾਈਨਲ ਰਿਮਾਰਕਸ ਦੇਣਗੇ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮਾਸਕ ਨਾ ਪਾਉਣ ਦੇ ਬਰਨਾਲਾ ਪੁਲਿਸ ਵੱਲੋਂ 5200 ਚਲਾਨ ਕੱਟੇ ਗਏ ਹਨ। ਇਹ ਚਲਾਨ ਘੱਟੋ ਘੱਟ, ਜੇ ਤੁਸੀਂ ਮਾਸਕ ਨਹੀਂ ਪਾਇਆ ਤਾਂ ਘੱਟੋ ਘੱਟ ਚਲਾਨ ਇਸ ਦਾ 500 ਰੁਪਇਆ ਹੈ। ਮੈਂ ਇਸ ਕਰਕੇ ਉਮੀਦ ਕਰਦਾ ਹਾਂ ਕਿ ਲੋਕ ਜਦੋਂ ਵੀ ਘਰੋਂ ਬਾਹਰ ਜਾਣ ਤਾਂ ਆਪਣਾ ਮਾਸਕ ਜ਼ਰੂਰ ਪਾ ਕੇ ਜਾਣ, ਤਾਂ ਕਿ ਚਲਾਨ ਕੱਟਣ ਦੀ ਨੌਬਤ ਬਿਲਕੁਲ ਨਾ ਆਵੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਵੀ ਹਰੇਕ ਤਹਿਸੀਲ ਵਿੱਚ ਆਪਣੀ ਟੀਮ ਬਣਾਈ ਹੈ, ਜਿਸ ਵਿੱਚ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਆਪਣੇ SHO, ASI ਅਤੇ ਹੋਰ ਗਵਰਨਮੈਂਟ ਆਫੀਸ਼ੀਅਲਸ ਸ਼ਾਮਿਲ ਹਨ, ਜੋ ਕਿ ਕਿਸੇ ਵੀ ਟਾਈਮ ਕਿਸੇ ਵੀ ਮੈਰਿਜ ਪੈਲੇਸ ਜਾਂ ਹੋਟਲ ਜਾਂ ਕਿਤੇ ਵੀ ਜਨਤਕ ਥਾਵਾਂ 'ਤੇ ਚੈੱਕ ਕਰ ਸਕਦੇ ਹਨ ਕਿ ਕਿਤੇ ਕੋਈ ਵਾਧੂ ਘੱਟ ਤਾਂ ਨਹੀਂ ਕੀਤਾ ਗਿਆ ਹੈ। ਸ਼ਾਦੀਆਂ ਵਿੱਚ ਸਿਰਫ 30 ਲੋਕ ਸ਼ਾਮਿਲ ਹੋ ਸਕਦੇ ਹਨ ਅਤੇ ਭੋਗ ਜਾਂ ਐਸੇ ਸਮਾਗਮ ਵਿੱਚ ਸਿਰਫ 20 ਵਿਅਕਤੀ ਸ਼ਾਮਿਲ ਹੋ ਸਕਦੇ ਹਨ। ਹੋਟਲਾਂ ਵਿੱਚ ਇਹ ਜ਼ਰੂਰੀ ਹੈ ਕਿ ਬਿਲਕੁਲ ਆਪਣੀ, ਜੇ ਕੋਈ ਲੋਕ ਬੈਠੇ ਵੀ ਹਨ ਤਾਂ ਸਿਰਫ ਇੱਕ ਕਿਸੇ ਵੀ ਟੇਬਲ 'ਤੇ 2 ਜਾਂ 3 ਵੱਧ ਤੋਂ ਵੱਧ ਲੋਕ ਨਾ ਬੈਠਣ ਅਤੇ ਇਹਨਾਂ ਤੋਂ ਜੋ ਟਾਈਮ ਹੈ ਉਹਦੀ ਪੂਰੀ ਪਾਲਣਾ ਕਰਨ। ਸੋ ਮੈਂ ਉਮੀਦ ਕਰਦਾ ਹਾਂ ਕਿ ਬਰਨਾਲਾ ਵਾਸੀ ਸਾਡਾ ਸਹਿਯੋਗ ਦੇਣਗੇ ਤਾਂ ਜੋ ਅਸੀਂ ਇਸ ਮਹਾਮਾਰੀ ਨਾਲ ਚੰਗੀ ਤਰ੍ਹਾਂ ਲੜ ਸਕੀਏ।